नमस्कार, तुसीं देख रहे हो जगबाणी टीवी और मैं हाँ मनप्रीत सिंह कालों। ਖੇਤਰੀ ਭਾਸ਼ਾਵਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਬੈਂਕ ਆਫ ਬੜੌਦਾ ਦੇ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਹੈ। ਰਾਸ਼ਟਰੀ ਭਾਸ਼ਾ ਸਨਮਾਨ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਤਹਿਤ ਇੱਕ ਪੁਸਤਕ ਨੂੰ ਚੁਣਿਆ ਗਿਆ ਬਾਕੀ ਸਫਾ 5 ਤੇ। ਇਸ ਪੁਸਤਕ ਨੂੰ ਰੂਪ ਸਿੰਘ ਹੋਣਾ ਦੇ ਵੱਲੋਂ ਲਿਖਿਆ ਗਿਆ ਤਾਂ ਖੇਤਰੀ ਭਾਸ਼ਾਵਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ। ਤਾਂ ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬੈਂਕ ਆਫ ਬੜੌਦਾ ਦੇ ਡਾਇਰੈਕਟਰ ਅਜੇ ਖੁਰਾਣਾ ਮੌਜੂਦ ਹੈਗੇ ਨੇ। ਗੱਲਬਾਤ ਕਰਦੇ ਹਾਂ ਕਿ ਇਸ ਇਨੀਸ਼ੀਏਟਿਵ ਨੂੰ ਲੈਣ ਦੇ ਪਿੱਛੇ ਉਹਨਾਂ ਦਾ ਕੀ ਮਕਸਦ ਹੈਗਾ। ਤਾਂ ਸਭ ਤੋਂ ਪਹਿਲਾਂ ਸਰ ਸਵਾਗਤ ਜਗਬਾਣੀ ਟੀਵੀ ਤੇ। ਧੰਨਵਾਦ ਤੁਹਾਡਾ। ਅੱਛਾ, ਸਭ ਤੋਂ ਪਹਿਲਾਂ ਸਵਾਲ ਸਰ ਇਸ ਪ੍ਰੋਗਰਾਮ ਨੂੰ ਲੈ ਕੇ ਕਿ ਜੋ ਇਨੀਸ਼ੀਏਟ ਤੁਸੀਂ ਲਿਆ ਇਸ ਦੇ ਪਿੱਛੇ ਸਭ ਤੋਂ ਵੱਡਾ ਮਕਸਦ ਕੀ ਦੇਖਦੇ ਹੋ ਤੁਸੀਂ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਸਾਡੇ ਭਾਰਤ ਦੇ ਵਿੱਚ ਇੰਨੇ ਵੱਖ-ਵੱਖ ਭਾਸ਼ਾ ਹੈਗੀਆਂ, 22 ਭਾਸ਼ਾ ਹੈਗੀਆਂ ਜਿਹੜੀਆਂ 8ਵੇਂ ਸ਼ਡਿਊਲ ਵਿੱਚ ਆਉਂਦੀਆਂ ਅਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਅੱਛੀ ਬੁੱਕਸ ਲਿਖੀਆਂ ਜਾਂਦੀਆਂ, ਬਹੁਤ ਸਾਰੇ ਨਾਵਲ ਲਿਖੇ ਜਾਂਦੇ ਹੈ, ਲੇਕਿਨ ਉਹਨਾਂ ਨੂੰ ਪੜ੍ਹਨ ਵਾਲੇ ਜਿਹੜੇ ਉਹ ਲਿਮਿਟਡ ਉਸ ਰੀਜਨ ਦੇ ਜਿਹੜੇ ਲੋਕ ਹੈਗੇ ਉਹੀ ਦੇਖ ਪੜ੍ਹ ਸਕਦੇ ਆ। ਅਤੇ ਅਸੀਂ ਇਹ ਸੋਚਿਆ ਕਿ ਵੀ ਅਗਰ ਕਿਉਂਕਿ ਬੈਂਕ ਆਫ ਬੜੌਦਾ ਅਸੀਂ ਵੱਖ-ਵੱਖ ਭਾਸ਼ਾ ਨਾਲ 12 ਭਾਸ਼ਾ ਜਿਹੜੀਆਂ ਅਸੀਂ ਉਹਨਾਂ ਨਾਲ ਡੀਲ ਕਰਨੇ ਆ। ਸਾਡੀ ਜਿਹੜੀਆਂ ਜਿੰਨੇ ਵੀ ਸਾਡੇ ਪ੍ਰੋਡਕਟਸ ਨੇ ਉਹ 12 ਭਾਸ਼ਾ 'ਚ ਅਵੇਲੇਬਲ ਨੇ। ਤਾਂ ਅਸੀਂ ਇਹ ਦੇਖ ਰਹੇ ਸੀਗੇ ਕਿ ਵੀ ਅਗਰ ਇਸ ਨੂੰ ਛੋਟੀ ਜਿਹੜੀ ਰੀਜਨਲ ਲੈਂਗੁਏਜ ਨੇ ਜਿਹੜੀ ਚੀਜ਼ ਲਿਖੀ ਹੈ ਉਹਨੂੰ ਅਗਰ ਲਾਰਜਰ ਮੀਡੀਆ ਕੋਈ ਮਿਲ ਰਿਹਾ ਹੈ ਅਤੇ ਉਹਨੂੰ ਅਸੀਂ ਪ੍ਰਸਾਰ ਕਰ ਸਕੀਏ ਅਤੇ ਇਹਦੇ ਨਾਲ ਸਾਡੀ ਸ਼ਾਇਦ ਬਹੁਤ ਹੀ ਅੱਛੀ ਗੱਲ ਹੈਗੀ ਹੈ। ਲਿਟਰੇਚਰ ਦੇ ਵਿੱਚ ਮੇਰੇ ਖਿਆਲ ਵਿੱਚ ਇੱਕ ਬਹੁਤ ਹੀ ਵੱਡਾ ਇਨੀਸ਼ੀਏਟਿਵ ਹੈ। ਇੰਨੀ ਵੱਡੀ ਰਾਸ਼ੀ 61 ਲੱਖ ਦੀ ਰਾਸ਼ੀ ਦੇ ਰਹੇ ਹਾਂ, ਜਿਹੜੀ ਕਿ ਹਿੰਦੁਸਤਾਨ ਦੇ ਕਿਸੇ ਵੀ ਅਵਾਰਡ ਦੀ ਇੰਨੀ ਵੱਡੀ ਰਾਸ਼ੀ ਨਹੀਂ ਹੈਗੀ। ਅਤੇ ਅਸੀਂ ਇਹ ਸੋਚ ਰਹੇ ਹਾਂ ਕਿ ਇਹਨਾਂ ਨਾਲ ਅਸੀਂ ਇਹ ਜਿਹੜੀ ਖੇਤਰੀ ਭਾਸ਼ਾ 'ਚ ਜਿਹੜੇ ਅੱਛੇ ਨਾਵਲ ਲਿਖੇ ਗਏ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਵਾਈਡ ਜਿਹੜੇ ਨਾ ਲੋਕੀ ਉਹਨਾਂ ਨੂੰ ਪੜ੍ਹ ਸਕਣਗੇ। ਸਾਡੀ ਸਾਡਾ ਦੱਸ ਰਹੇ ਸੀਗੇ ਕਿ ਅੱਜ ਵੀ 90% ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਲੋਕਲ ਲੈਂਗੁਏਜ ਜ਼ਿਆਦਾ ਯੂਜ਼ ਕਰਦੇ ਨੇ। ਵਾਕਈ ਇਹ ਚੀਜ਼ ਮਹਿਸੂਸ ਕੀਤੀ ਉਸ ਤੋਂ ਬਾਅਦ ਹੀ ਤੁਸੀਂ ਇਹ ਇਵੈਂਟ ਕਰਵਾਉਣ ਦਾ ਫੈਸਲਾ ਲਿਆ? ਐਗਜ਼ੈਕਟਲੀ। ਜਦੋਂ ਅਸੀਂ ਸਰਵੇ ਕਰਾਇਆ, ਸਾਡੀ ਜਿਹੜੀ ਕਸਟਮਰ ਕੇਅਰ ਜਿਹੜੀ ਸੈਂਟਰ ਹੈਗਾ ਜਿੱਥੇ ਅਸੀਂ ਕਹਿੰਦੇ ਹਾਂ ਕਿ ਇੱਕ ਦਬਾਓ ਅਤੇ ਇੰਗਲਿਸ਼ 'ਤੇ 2 ਦਬਾਓ ਅਤੇ ਹਿੰਦੀ 'ਚ ਤੁਸੀਂ ਗੱਲ ਕਰੋ, ਅਸੀਂ ਉਹਦੇ 'ਚ ਅਸੀਂ ਸਰਵੇ ਕੀਤਾ ਅਤੇ 93% ਲੋਕੀ ਜਿਹੜੀ ਲੋਕਲ ਭਾਸ਼ਾ ਨੇ, ਹਿੰਦੁਸਤਾਨ ਦੀ ਜਿਹੜੀ ਭਾਸ਼ਾ ਨੇ ਉਹਦੇ ਵਿੱਚ ਉਹ ਗੱਲ ਕਰਨਾ ਚਾਹੁੰਦੇ ਆ। ਅਤੇ ਮਤਲਬ ਇਹਦਾ ਵੈਸੇ ਕਿ ਮੈਜੋਰਟੀ ਸਾਡਾ ਜਿਹੜਾ ਗਾਹਕ ਹੈਗਾ ਉਹ ਅੰਗਰੇਜ਼ੀ ਨਹੀਂ ਪਸੰਦ ਕਰਦਾ। ਅਤੇ ਅਸੀਂ ਸਾਰੀ ਜਿਹੜੀ ਨੋਰਮਲ ਜਿਹੜੀ ਬੈਂਕਿੰਗ ਹੁੰਦੀ ਹੈ ਉਹ ਅੰਗਰੇਜ਼ੀ ਹੁੰਦੀ ਹੈ। ਉਸ ਨੂੰ ਅਸੀਂ ਚੇਂਜ ਕਰਨ ਵਾਸਤੇ ਅਸੀਂ ਮਤਲਬ ਇਹਨਾਂ ਭਾਸ਼ਾ ਦੇ ਵਿੱਚ ਅਸੀਂ ਜ਼ਿਆਦਾ ਲੋਕਾਂ ਨੂੰ ਸਰਵਿਸ ਵੀ ਦਈਏ। ਉਹ ਸਾਡਾ ਇੱਕ ਸਾਡੇ ਮਨ ਵਿੱਚ ਸੀਗਾ ਕਿ ਰੀਜਨਲ ਲੈਂਗੁਏਜਸ ਨੂੰ ਪ੍ਰਮੋਟ ਕਰਨ ਦੀ ਲੋੜ ਹੈਗੀ ਹੈ। ਅਤੇ ਤਾਂ ਉਹਦੇ ਮਤਲਬ ਸਾਡੇ ਕਸਟਮਰ ਵਾਸਤੇ ਵੀ ਅੱਛਾ ਹੈ ਅਤੇ ਸਾਡੇ ਦੇਸ਼ ਵਾਸਤੇ, ਸਾਡੀ ਸਾਹਿਤ ਵਾਸਤੇ ਵੀ ਬਹੁਤ ਅੱਛੀ ਗੱਲ ਹੈ। ਬੜਾ ਵਧੀਆ ਇਹ ਉਪਰਾਲਾ ਹੈਗਾ ਬੈਂਕ ਆਫ ਬੜੌਦਾ ਦਾ। ਅੱਛਾ ਸਰ, ਮੈਂ ਬੈਂਕਿੰਗ ਸੈਕਟਰ ਦੇ ਉੱਪਰ ਕੁਝ ਸਵਾਲ ਲੈਣਾ ਚਾਹੁੰਦਾ ਕਿ ਦੁਨੀਆ ਭਰ ਦੇ ਵਿੱਚ ਬੈਂਕਿੰਗ ਨੂੰ ਲੈ ਕੇ ਬੜਾ ਕ੍ਰਾਈਸਿਸ ਚੱਲ ਰਿਹਾ। ਭਾਰਤ ਦੇ ਵਿੱਚ ਕੀ ਸਟੇਟਸ ਹੈਗਾ ਬੈਂਕਿੰਗ ਦਾ? ਦੇਖੋ ਜੀ, ਪਿਛਲੇ ਤੁਸੀਂ ਅਗਰ ਕੁਝ ਮਹੀਨੇ ਦੇਖੋ ਤਾਂ US ਦੇ ਵਿੱਚ ਵੀ ਅਤੇ ਸਵਿਟਜ਼ਰਲੈਂਡ ਵਿੱਚ ਕੁਝ ਬੈਂਕ ਜਿਹੜੇ ਨੇ ਖਰਾਬ ਹੋਏ ਨੇ ਅਤੇ ਰਿਸੈਸ਼ਨ, ਵਰਲਡ ਵਾਈਡ ਰਿਸੈਸ਼ਨ ਵੀ ਚੱਲ ਰਿਹਾ ਹੈ। ਲੇਕਿਨ ਅਗਰ ਹਿੰਦੁਸਤਾਨ ਦੀ ਤੁਸੀਂ ਇਕੋਨੋਮੀ ਦੇਖੋ, ਇਕੋਨੋਮੀ ਸਾਡੀ ਗਰੋਥ ਜਿਹੜੀ ਹੈ 6.5% ਦੇ ਕਰੀਬ ਅੱਛੀ ਸਾਡੀ ਇਕੋਨੋਮੀ ਗਰੋਥ ਚੱਲ ਰਹੀ ਹੈਗੀ ਹੈ। ਅੱਗੇ ਜਿਹੜੀ ਪ੍ਰੋਜੈਕਸ਼ਨ ਹੈ ਉਹ ਵੀ ਐਸੀ ਹੈ, 6.5 ਤੋਂ ਅਸੀਂ ਉੱਪਰ ਹੀ ਪ੍ਰੋਜੈਕਸ਼ਨ ਹੋ ਰਹੀ ਹੈ। ਅਤੇ ਬੈਂਕ ਦੀ ਜਿਹੜੀ ਗੱਲ ਹੈ, ਬੈਂਕ ਤੁਸੀਂ ਅਗਰ ਸਾਡੇ ਸਭ ਦੇ ਰਿਜ਼ਲਟ ਦੇਖੋ ਤਾਂ 15.4% ਦੀ ਗਰੋਥ ਹਿੰਦੁਸਤਾਨੀ ਦੇ ਬੈਂਕਾਂ ਨੇ ਦਿੱਤੀ ਹੈ। ਅਤੇ 1 ਲੱਖ ਕਰੋੜ ਸਿਰਫ ਅਗਰ ਪਬਲਿਕ ਸੈਕਟਰ ਦਾ ਬੈਂਕਾਂ ਦਾ ਹੀ ਪ੍ਰੋਫਿਟ ਦੇਖੀਏ ਨਾ ਤਾਂ 1 ਲੱਖ ਕਰੋੜ ਤੋਂ ਉੱਪਰ ਦਾ ਪ੍ਰੋਫਿਟ ਹੋਇਆ ਹੈ ਸਿਰਫ ਪਬਲਿਕ ਸੈਕਟਰ ਬੈਂਕ ਦਾ ਹੀ। ਇੰਨਾ ਸ਼ਾਨਦਾਰ ਪ੍ਰੋਫਿਟ ਪਿਛਲੇ ਕਈ ਸਾਲਾਂ ਤੋਂ ਇੰਡੀਅਨ ਬੈਂਕਿੰਗ ਦਾ ਨਹੀਂ ਸੀਗਾ। ਅਤੇ ਦੂਜਾ ਸਾਡਾ ਜਿਹੜਾ NPA ਹੈ ਓਵਰਆਲ ਬੈਂਕਿੰਗ ਦਾ 5.5% ਰਹਿ ਗਿਆ ਕੁੱਲ। ਅਤੇ ਇੱਕ ਬਹੁਤ ਬੜੀ ਅਚੀਵਮੈਂਟ ਹੈ। ਅਤੇ ਇਸ ਵਾਸਤੇ ਜਿਹੜੇ ਹਿੰਦੁਸਤਾਨੀ ਬੈਂਕ ਨੇ ਇਸ ਟਾਈਮ ਉਹਨਾਂ ਨੂੰ ਕੋਈ ਵਰਲਡ ਵਾਈਡ ਜਿਹੜੀ ਵੀ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਦਾ ਕੋਈ ਅਸਰ ਨਹੀਂ ਹੈਗਾ। ਅਤੇ ਸਾਡੇ ਜਿਹੜੇ ਬੈਂਕ ਹੈ, ਸਾਡੀ ਆਪਣੀ ਜਿਹੜੇ ਰੈਗੂਲੇਟਰ ਹੈ ਉਹਦੀ ਵਜ੍ਹਾ ਨਾਲ ਅਤੇ ਸਾਡੀ ਜਿਹੜੀ ਗੌਰਮੈਂਟ ਦੀ ਪੋਲਿਸੀਜ਼ ਨੇ ਉਹਦੀ ਵਜ੍ਹਾ ਨਾਲ ਸਾਡੇ ਜਿਹੜੇ ਬੈਂਕ ਨੇ ਉਹ ਬਹੁਤ ਹੀ ਸੇਫ ਚੱਲ ਰਹੇ ਹਨ। ਅੱਛਾ, ਇਸ ਸਮੇਂ ਭਾਰਤ ਦੇ ਵਿੱਚ ਫਾਈਨੈਂਸ਼ੀਅਲ ਸਥਿਤੀ ਕੀ ਹੈਗੀ ਹੈ ਬੈਂਕਾਂ ਦੀ? ਇਹਦੇ ਨਾਲ ਹੀ NPA ਨੂੰ ਲੈ ਕੇ ਕੀ ਇਸ ਦਾ ਕੋਈ ਅਸਰ ਹੋ ਰਿਹਾ ਮੁਦਰਾ ਦੇ ਉੱਪਰ? ਤਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸਾਡੇ ਬੈਂਕ ਦੇ ਜਿਹੜੇ 12-15% ਜਿਹੜੀ ਸਾਡੀ ਪ੍ਰੋਫਿਟ NPA ਸੀਗਾ ਉਹ 5% ਰਹਿ ਗਿਆ। ਮਤਲਬ ਸਾਡਾ NPA ਘੱਟ ਰਿਹਾ ਹੈ। ਹੁਣ ਇਸ ਟਾਈਮ ਕੋਈ ਵੀ ਕਿਤੇ ਵੀ ਸਾਨੂੰ ਸਟ੍ਰੈਸ ਨਜ਼ਰ ਨਹੀਂ ਆ ਰਿਹਾ ਅਤੇ ਲੋਕ ਜ਼ਿਆਦਾ ਲੋਨ ਵੀ ਲੈ ਰਹੇ ਹੈ। ਸਾਡੇ ਰਿਟੇਲ ਬਹੁਤ ਵੱਧ ਰਿਹਾ ਹੈ ਅਤੇ ਸਾਡੀ ਓਵਰਆਲ 17% ਦੀ ਸਾਡੇ ਬੈਂਕ ਆਫ ਬੜੌਦਾ ਦੀ ਗਰੋਥ ਹੈਗੀ ਹੈ ਅਤੇ ਓਵਰਆਲ ਬੈਂਕਿੰਗ ਦੀ ਗਰੋਥ 15% ਦੀ ਹੈ। ਅਤੇ ਕੋਈ ਵੀ ਸਾਨੂੰ ਇਸ ਟਾਈਮ NPA ਜਿਹੜਾ ਨਾ ਬਿਲਕੁਲ ਠੀਕ ਚੱਲ ਰਿਹਾ ਅਤੇ ਸਾਡੀ ਕੋਈ ਇਕੋਨੋਮੀ ਨੂੰ ਕੋਈ ਮਤਲਬ ਬਿਲਕੁਲ ਠੀਕ ਹੈ ਇਕੋਨੋਮੀ ਵਾਸਤੇ। ਅੱਛਾ, RBI ਦੀ ਸਟੇਟਮੈਂਟ ਵੀ ਆਈ ਹੈ ਕਿ ਬੈਂਕ ਕੰਫਰਟ ਜ਼ੋਨ ਦੇ ਵਿੱਚ ਚਲੇ ਗਏ ਨੇ, ਕੰਫਰਟ ਜ਼ੋਨ ਦੇ ਵਿੱਚ ਨਹੀਂ ਜਾਣਾ ਚਾਹੀਦਾ। ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਜਦੋਂ ਵੀ ਇੱਕ ਅੱਛਾ ਟਾਈਮ ਆਉਂਦਾ ਹੈ
ਤੇ ਹਮੇਸ਼ਾ ਇਹ ਸੋਚਣਾ ਚਾਹੀਦਾ ਕਿ ਸਾਨੂੰ ਹੁਣ ਆਪਣੇ ਆਪ ਨੂੰ ਸਟਰੋਂਗ ਕਰਨ ਵਾਸਤੇ ਕੀ ਕਰਨਾ ਚਾਹੀਦਾ। ਇਸ ਟਾਈਮ ਇਹ ਮੰਨਿਆ ਜਾ ਰਿਹਾ, ਈਵਨ ਆਰਬੀਆਈ ਦੀ ਜਿਹੜੀ ਤੁਸੀਂ ਸਟੇਟਮੈਂਟ ਦੀ ਗੱਲ ਕਰ ਰਹੇ ਹੋ ਸਾਡੇ ਗਵਰਨਰ ਸਾਹਿਬ ਦੀ, ਕਿ ਇਸ ਟਾਈਮ ਇਕਨੋਮੀ ਦੀ ਸਾਡੇ ਬੈਂਕਾਂ ਦੀ ਹਾਲਤ ਇਸ ਟਾਈਮ ਕਾਫੀ ਅੱਛੀ ਹੈ। ਜਿਸ ਟਾਈਮ ਕਾਫੀ ਅੱਛੀ ਹੋਣੀ ਚਾਹੀਦੀ ਹੈ ਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਬਈ ਅਸੀਂ ਇਹਨੂੰ ਕੰਪਲਾਇੰਸ ਦੀ ਸਾਡੀ ਹੋਰ ਬਹੁਤ ਜ਼ਿਆਦਾ ਸਟਰੋਂਗ ਰਨ, ਤੇ ਅਸੀਂ ਕਿਧਰੇ ਕੋਈ ਗਲਤੀ ਨਾ ਕਰ ਦਈਏ ਤਾਂ ਕਿ ਉਹ ਸਾਨੂੰ ਅੱਗੇ ਵਾਸਤੇ ਨਾ ਪ੍ਰੋਬਲਮ ਆਏ। ਤੇ ਇਸੇ ਕੰਪਲਾਇੰਸ ਨੂੰ ਸਟਰੋਂਗ ਕਰਨ ਵਾਸਤੇ ਉਹਨਾਂ ਨੇ ਪਿੱਛੇ ਇੱਕ ਮੀਟਿੰਗ ਕੀਤੀ ਸੀ ਕਿ 22 ਤਰੀਕ ਨੂੰ ਪਬਲਿਕ ਸੈਕਟਰ ਬੈਂਕ ਨੂੰ ਮਿਲੇ ਸੀ ਤੇ 29 ਤਰੀਕ ਨੂੰ ਉਹ ਪ੍ਰਾਈਵੇਟ ਸੈਕਟਰ ਬੈਂਕ ਨੂੰ ਆਰਬੀਆਈ ਮਿਲ ਰਹੇ ਨੇ, ਉਹ ਆਰਬੀਆਈ ਦੀ ਪੂਰੀ ਟੀਮ ਮਿਲ ਰਹੀ ਹੈ। ਤੇ ਉਹਨਾਂ ਦਾ ਸਿਰਫ ਇਹੀ ਹੈ ਕਿ ਇਸ ਟਾਈਮ ਜਿਹੜਾ ਨਾ ਇਸ ਜਿਹੜੀ ਗਰੋਥ ਹੈ ਉਹਦੀ ਸਸਟੇਨੇਬਿਲਿਟੀ ਵਾਸਤੇ ਉਹਨੂੰ ਅਸੀਂ ਕੰਟਰੋਲ ਕਰਕੇ ਚੱਲੀਏ ਤੇ ਸਾਰੇ ਜਿੰਨੇ ਵੀ ਸਾਡੇ ਕੰਟਰੋਲ ਨੇ ਉਹਨਾਂ ਨੂੰ ਅਸੀਂ ਪੂਰਾ ਠੀਕ ਕਰ ਲਈਏ। ਜਿੰਨੇ ਵੀ ਛੋਟੀ ਮੋਟੀ ਕੋਈ ਐਸੀ ਕਿਤੇ ਨਾ ਕੋਈ ਗਲਤੀ ਨਹੀਂ ਜਿਹਨਾਂ ਨੂੰ ਕਰਨ ਲੋੜ ਹੈ ਠੀਕ ਕਰਨ ਦੀ, ਉਹ ਹੁਣੇ ਕਰ ਲਈ ਅਸੀਂ ਤਾਂ ਕਿ ਅੱਗੇ ਸਾਨੂੰ ਪਰੇਸ਼ਾਨੀ ਨਾ ਆਏ। ਇਨਫਲੇਸ਼ਨ ਵੀ ਲਗਾਤਾਰ ਵੱਧ ਰਹੀ ਹੈ, ਮਹਿੰਗਾਈ ਤੋਂ ਲੋਕ ਤੰਗ ਆਏ ਹੋਏ ਨੇ। ਤੁਸੀਂ ਮਹਿਸੂਸ ਕਰਦੇ ਹੋ ਕਿ ਆਰਬੀਆਈ ਨੂੰ ਇੰਟਰਸਟ ਰੇਟ ਘੱਟ ਕਰਨਾ ਚਾਹੀਦਾ? ਦੇਖिए ਤੁਸੀਂ ਕਹਿ ਰਹੇ ਹੋ ਹੈ, ਲੇਕਿਨ ਜਿਹੜੀ ਇਨਫਲੇਸ਼ਨ ਹੈ ਉਹ ਇਸ ਟਾਈਮ ਕੰਟਰੋਲ ਵਿੱਚ ਹੈ, ਵਿਦ ਇਨ ਦਾ ਜ਼ੋਨ। ਜਿਹੜੀ ਕਿ ਅਸੀਂ ਇੱਕ ਆਰਬੀਆਈ ਨੇ ਇੱਕ ਕਿਹਾ ਕਿ ਇਸ ਰੇਂਜ ਦੇ ਵਿੱਚ ਰਹਿਣੀ ਚਾਹੀਦੀ ਹੈ, ਸਾਡੀ ਇਨਫਲੇਸ਼ਨ ਉਸੇ ਰੇਂਜ ਦੇ ਵਿੱਚ ਹੈ। ਹੁਣ ਤੱਕ ਸਾਡੇ ਰੇਟ ਕਾਫੀ ਵੱਧੇ ਨੇ ਪਿਛਲੇ, ਅਗਰ ਤੁਸੀਂ ਸਾਲ ਡੇਢ ਸਾਲ ਦੇ ਵਿੱਚ ਦੇਖੋ ਤਾਂ ਲਗਭਗ 3% ਜਿਹੜਾ ਰੇਟ ਵੱਧ ਚੁੱਕੇ ਹੈ। ਉਹ ਹੁਣ ਟਾਈਮ ਆ ਗਿਆ ਕਿ ਇਹਨੂੰ ਉਸ ਲੈਵਲ ਤੇ ਉਸ ਤੋਂ ਬਾਅਦ ਅੱਗੇ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਇਹਨੂੰ ਘਟਣ ਦੀ ਚਾਂਸਿਸ ਜ਼ਿਆਦਾ ਲੱਗ ਰਹੇ ਨੇ, ਨਾ ਕਿ ਹੁਣ ਵਧਣ ਦੇ ਚਾਂਸਿਸ ਕੋਈ ਨਹੀਂ ਹੈਗੇ। ਦਿਸ ਇਜ਼ ਵਾਟ ਇਜ਼ ਫਾਈਨੈਂਸ਼ੀਅਲ ਟਾਰਗੇਟ ਕੀ ਰੱਖਿਆ ਗਿਆ ਇਸ ਸਾਲ? ਫਾਈਨੈਂਸ਼ੀਅਲ ਟਾਰਗੇਟ ਮਤਲਬ ਬੈਂਕਿੰਗ ਦੇ ਟਾਰਗੇਟ ਦੀ ਤੁਸੀਂ ਗੱਲ ਕਰੋਗੇ ਤੇ ਗਰੋਥ ਜਿਹੜੀ ਹੈ ਉਹ ਅਸੀਂ ਇਹ ਸੋਚਦੇ ਹਾਂ ਕਿ 12 ਤੋਂ 15% ਦੇ ਵਿੱਚ ਜਿਹੜਾ ਉਹ ਬੈਂਕਿੰਗ ਗਰੋ ਕਰਨ ਦੇ ਚਾਂਸਿਸ ਹੈਗੇ। ਅੱਛਾ, ਮਰਜਰ ਨੂੰ ਲੈ ਕੇ ਕੋਈ ਪਲਾਨ ਚੱਲ ਰਿਹਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬੈਂਕ ਮਰਜ ਹੋ ਸਕਦਾ? ਇਸ ਦਾ ਜਵਾਬ ਮੈਂ ਨਹੀਂ ਦੇ ਸਕਦਾ ਕਿਉਂਕਿ ਇਹ ਤੇ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਗਵਰਨਮੈਂਟ ਡਿਸਾਈਡ ਕਰੇਗੀ। ਬਾਕੀ ਸਾਰੇ ਬੈਂਕਾਂ ਦੀ ਜਿਹੜੀ ਪੋਜੀਸ਼ਨ ਹੈ ਇਸ ਟਾਈਮ ਕਾਫੀ ਅੱਛੀ ਹੈ। ਬਾਕੀ ਉਹ ਗਵਰਨਮੈਂਟ ਦੇ ਆਪਣੀ ਕਾਲ ਹੈ ਕਿ ਕੀ ਕਰਨਾ ਚਾਹੀਦਾ ਹੁਣ ਅੱਗੇ ਮਰਜਰ ਵਾਸਤੇ। ਕੋਈ ਮੈਂ ਉਸ ਵਾਸਤੇ ਕੋਈ ਜਵਾਬ ਨਹੀਂ ਦੇ ਸਕਦਾ। ਅੱਛਾ, ਇੱਕ 2000 ਦੇ ਨੋਟ ਨੂੰ ਲੈ ਕੇ ਬੜੀ ਮਾਰਕੀਟ ਦੇ ਵਿੱਚ ਚਰਚਾ ਚੱਲ ਰਹੀ ਹੈ। ਇਸ ਸਮੇਂ 2000 ਦੇ ਨੋਟਾਂ ਦਾ ਫਲੋ ਕੀ ਹੈਗਾ ਮਾਰਕੀਟ 'ਚ? ਦੇਖੋ ਜਿਵੇਂ ਤੁਸੀਂ ਪੜ੍ਹਿਆ ਕਿ ਬਈ ਹੁਣ ਸੈਪਟੰਬਰ ਔਨਵਰਡਸ 2000 ਦੇ ਨੋਟ ਜਿਹੜੇ ਨਾ ਉਹ ਅਸੀਂ ਬੈਂਕਾਂ ਨੇ ਤੇ ਬੰਦ ਕਰਤੇ, ਸਰਕੂਲੇਸ਼ਨ ਨਹੀਂ ਕਰ ਰਹੇ ਤੇ ਵੀ ਆਰ ਐਕਸੈਪਟਿੰਗ। ਤੇ ਹੁਣ ਇਸ ਟਾਈਮ ਸਾਡੇ ਕੋਲੋਂ ਜਿੰਨੀ ਵੀ ਹੈਗੀ ਕਰੰਸੀ ਆ ਰਹੀ ਹੈ, ਜਿਹੜੀ ਟੋਟਲ ਜਿਸ ਤਰੀਕੇ ਦੇ ਆਰਬੀਆਈ ਨੇ ਦੱਸਿਆ ਕਿ 3,67,000 ਕਰੋੜ ਦੇ ਨੋਟ ਉਸ ਟਾਈਮ ਜਦੋਂ ਇਹਨਾਂ ਨੇ ਅਨਾਊਂਸ ਕੀਤਾ ਕਿ ਇਹਨਾਂ ਨੂੰ ਵਾਪਸ ਲੈ ਲਿਆ ਜਾਏਗਾ, ਉਸ ਟਾਈਮ ਇੰਨੇ ਅਮਾਊਂਟ ਦੇ ਨੋਟਸ ਮਾਰਕੀਟ 'ਚ ਸੀਗੇ ਤੇ ਸਲੋਲੀ ਦੇ ਆਰ ਕਮਿੰਗ ਟੂ ਦਾ ਬੈਂਕਸ ਨਾਓ। ਤੇ ਅਸੀਂ ਹੁਣ ਉਹਨਾਂ ਦੀ ਕਲੈਕਸ਼ਨ ਬਿਲਕੁਲ ਬੜੀ ਸਮੂਥਲੀ ਕਲੈਕਸ਼ਨ ਚੱਲ ਰਹੀ ਹੈ ਤੇ ਸਭ ਠੀਕ ਚੱਲ ਰਿਹਾ ਇਸ ਟਾਈਮ। ਸਟਾਰਟਿੰਗ 2 ਮੰਥ ਦੇ ਵਿੱਚ ਤੁਸੀਂ ਕੀ ਫੀਲ ਕੀਤਾ ਕਿ ਲੋਕ ਜਿਹੜਾ ਲੋਨ ਵਗੈਰਾ ਜ਼ਿਆਦਾ ਲੈਂਦੇ ਨੇ ਤਾਂ ਉਹ ਰੇਟ ਘਟਿਆ ਲੋਕਾਂ ਦਾ ਕਿ ਜਾਂ ਵੱਧ ਰਿਹਾ? ਨਹੀਂ, ਇਸ ਟਾਈਮ ਹਾਲੇ ਕੁਛ ਨਹੀਂ, ਹਾਲੇ ਤੇ ਬਿਲਕੁਲ ਸਟੈਗਨੈਂਟ ਹੈ। ਹਾਲੇ ਅਸੀਂ ਰੇਟ ਕੋਈ ਘਟਾ ਨਹੀਂ ਰਹੇ। ਜਿਹੜੇ ਅਸੀਂ ਸਾਡੇ ਥੋੜ੍ਹਾ ਬਹੁਤ ਆਪਸ ਵਿੱਚ ਕੰਪੀਟੀਸ਼ਨ ਦੇ ਵਿੱਚ ਅਸੀਂ ਬੈਂਕ ਆਫ ਬੜੌਦਾ ਨੇ ਹੋਮ ਲੋਨ ਦੇ ਤੇ ਕਾਰ ਲੋਨ ਦੇ ਰੇਟ ਘਟਾਏ ਨੇ, ਲੇਕਿਨ ਉਹ ਓਵਰਆਲ ਬਹੁਤ ਜ਼ਿਆਦਾ ਸਾਰੇ ਬੈਂਕ ਘਟਾਉਣਗੇ ਉਹ ਹਾਲੇ ਅਸੀਂ ਕੋਈ ਹਾਲੇ ਸਥਿਤੀ ਆਈ ਨਹੀਂ, ਕਿਉਂਕਿ ਜਦੋਂ ਤੱਕ ਰੈਪੋ ਰੇਟ ਨਹੀਂ ਘਟੇਗਾ ਤੇ ਸਾਰੀ ਪੂਰੀ ਯੂਨੀਵਰਸਿਟੀ ਦਾ ਰੇਟ ਇਸ ਟਾਈਮ ਘਟਣਾ ਦੇ ਹਾਲੇ ਚਾਂਸਿਸ ਨਹੀਂ ਲੱਗ ਰਹੇ। ਠੀਕ ਹੈ, ਆਖਰੀ ਸਵਾਲ ਹੈ, ਇੰਡੀਅਨ ਇਕਨੋਮੀ ਦੀ ਸਥਿਤੀ ਨੂੰ ਕਿੱਥੇ ਦੇਖ ਰਹੇ ਹੋ ਤੁਸੀਂ ਇਸ ਸਮੇਂ? ਜਿਵੇਂ ਸਭ ਨਾਲ ਪਹਿਲੇ ਮੈਂ ਜਵਾਬ ਦਿੱਤਾ ਕਿ ਇੰਡੀਅਨ ਇਕਨੋਮੀ ਅਗਰ ਤੁਸੀਂ ਪੂਰੇ ਵਰਲਡ ਵਾਈਡ ਰਿਸੈਸ਼ਨ ਚੱਲ ਰਹੇ ਨੇ ਤੇ ਬੈਂਕ ਦੋ ਕੰਟਰੀਜ਼ ਦੇ ਵਿੱਚ ਜਿਹੜੇ ਦੋ ਬੈਂਕਾਂ ਦੀ ਹਾਲਤ ਖਰਾਬ ਹੈ ਤੇ ਸਾਡੇ ਬੈਂਕ ਇਸ ਟਾਈਮ ਸਭ ਨਾਲ ਜ਼ਿਆਦਾ ਸਟਰੋਂਗ ਚੱਲ ਰਹੇ ਨੇ। ਪੂਰੇ ਪਿਛਲੇ ਕਈ ਸਾਲਾਂ ਤੋਂ ਸਭ ਨਾਲ ਜ਼ਿਆਦਾ ਗਰੋਥ ਚੱਲ ਰਹੀ ਹੈ, ਸਭ ਨਾਲ ਘੱਟ NPA ਹੈ ਤੇ ਮੇਰੇ ਖਿਆਲ ਵਿੱਚ ਸਾਡੀ ਇੰਡੀਅਨ ਇਕਨੋਮੀ ਜਿਹੜੀ ਹੈ ਨਾ ਉਹ ਕਾਫੀ ਸਟਰੋਂਗ ਹੈ ਇਸ ਟਾਈਮ। ਠੀਕ ਹੈ, ਧੰਨਵਾਦ ਸਰ। ਤਾਂ ਇਹ ਬੈਂਕ ਆਫ ਬੜੌਦਾ ਦੇ ਡਾਇਰੈਕਟਰ ਅਜੇ ਖੁਰਾਨਾ ਹੈਗੇ ਨੇ, ਜਿਨ੍ਹਾਂ ਦੇ ਵੱਲੋਂ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇੰਡੀਅਨ ਬੈਂਕ ਜਿਹੜੇ ਨੇ ਲਗਾਤਾਰ ਗਰੋ ਕਰ ਰਹੇ ਨੇ, NPA ਵੀ ਜਿਹੜਾ ਉਹ ਘਟ ਰਿਹਾ, ਤਾਂ ਲਗਾਤਾਰ ਜਿਹੜੇ ਨੇ ਟਾਰਗੇਟ ਅਚੀਵ ਕੀਤੇ ਜਾ ਰਹੇ ਨੇ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਮਨਪ੍ਰੀਤ ਸਿੰਘ ਕਾਲੂ, ਜਗਬਾਣੀ TV, ਚੰਡੀਗੜ੍ਹ।
ਆਫ ਬੜੌਦਾ ਦੇ ਵੱਲੋਂ ਕਰਵਾਏ ਗਏ ਪ੍ਰੋਗਰਾਮ ਰਾਸ਼ਟਰੀ ਭਾਸ਼ਾ ਸਨਮਾਨ ਦੇ ਵਿੱਚ ਇੱਕ ਕਿਤਾਬ ਚੁਣੀ ਗਈ ਹੈ ਜਿਸ ਦਾ ਨਾਮ ਹੈ ਬਾਕੀ ਸਫਾ 5 ਤੇ। ਇਸ ਕਿਤਾਬ ਨੂੰ ਲਿਖਿਆ ਹੈ ਰੂਪ ਸਿੰਘ ਹੋਣਾ ਦੇ ਵੱਲੋਂ, ਜਿਸ ਨੂੰ ਹਿੰਦੀ ਦੇ ਵਿੱਚ ਅਨੁਵਾਦ ਕੀਤਾ ਸੁਭਾਸ਼ ਜੀ ਹੋਣਾ ਦੇ ਵੱਲੋਂ। ਤਾਂ ਦੋਨੋਂ ਲੇਖਕ ਸਾਡੇ ਨਾਲ ਮੌਜੂਦ ਹੈਗੇ ਨੇ, ਗੱਲਬਾਤ ਕਰਦੇ ਆ। ਡਾਕਟਰ ਰੂਪ ਸਿੰਘ ਹੋਣਾ ਤੋਂ ਸ਼ੁਰੂਆਤ ਕਰਦੇ ਆ। ਰੂਪ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਕਿਤਾਬ ਬਾਰੇ ਜਾਣਨਾ ਚਾਹੁੰਦੇ ਆ ਕਿ ਕਿਸ ਵਿਸ਼ੇ ਦੇ ਉੱਪਰ ਇਹ ਲਿਖੀ ਗਈ ਹੈ। ਇਹ ਸਰ ਇਹ ਜਿਹੜਾ ਵਿਸ਼ਾ ਹੈਗਾ ਹੈ, ਜਿਹੜਾ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਇੱਕ ਹੋਰ ਆਪਰੇਸ਼ਨ ਚਲਾਇਆ ਇਹਨਾਂ ਨੇ, ਬੁੱਢਰੋਜ਼ ਆਪਰੇਸ਼ਨ। ਉਹਦੇ ਵਿੱਚ ਨਿਰਦੋਸ਼ ਨੌਜਵਾਨ ਨੂੰ ਜਿਹੜਾ ਘਰਾਂ ਚੋਂ ਕੱਢ ਕੇ ਮਾਰਿਆ ਗਿਆ, ਉਸ ਨੂੰ ਇੱਕ ਦਿਲ ਛੂਹਣ ਵਾਲੀ ਕਹਾਣੀ ਨੂੰ ਮੈਂ ਲੈ ਕੇ ਇਸ ਨੂੰ ਉਸ ਸਬਜੈਕਟ ਨੂੰ ਬਣਾ ਕੇ ਇਸ ਮੈਂ ਨਾਵਲ ਲਿਖਿਆ ਹੈ। ਅੱਛਾ, ਇਹ ਕਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਸੀਗਾ? ਕਦੋਂ ਪਬਲਿਸ਼ ਹੋਈ ਕਿਤਾਬ? ਇਹ ਮੈਂ ਸੋਚਿਆ ਤਾਂ 10 ਸਾਲ 12 ਸਾਲ ਸੋਚਦਾ ਸੀ, ਪਰ ਮੈਂ ਲਿਖਿਆ ਇਹਨੂੰ ਸ਼ੁਰੂ ਕੀਤਾ ਸੀ 16 'ਚ, ਔਰ 19 'ਚ ਇਹ ਕਿਤਾਬ ਮੇਰੀ ਛਪ ਕੇ ਆ ਗਈ ਸੀ, ਤੇ 21 'ਚ ਹਿੰਦੀ 'ਚ ਟਰਾਂਸਲੇਟ ਕਰਤਾ ਸੀ ਸੁਭਾਸ਼ ਜੀ ਨੇ। ਅੱਛਾ ਅੱਛਾ, ਥੋੜਾ ਜਿਹਾ ਸ਼ੋਰਟ ਦੇ ਵਿੱਚ ਦੱਸੋਗੇ ਕਿ ਇਸ ਕਿਤਾਬ ਦੇ ਵਿੱਚ ਕਿਹੜੇ ਕਰੈਕਟਰਾਂ ਦੇ ਇਰਦ ਗਿਰਦ ਘੁੰਮਦੇ ਆ ਸਾਰਾ ਨਾਵਲ? ਇਹਦਾ ਮੇਨ ਕਰੈਕਟਰ ਜਿਹੜਾ ਬੱਚਾ ਹੈ ਗੁਰਮੀਤ ਹੈ, ਇੱਕ ਸ਼ਿੰਦਰਪਾਲ ਹੈ, ਔਰ ਇੱਕ ਉਹਦੀ ਗੁਰਮੀਤ ਦੀ ਮੰਮੀ ਹੈ ਮੇਲੋ। ਅੱਛਾ, ਮੇਲੋ ਇਹਨਾਂ ਦੇ ਆਲੇ ਦੁਆਲੇ ਸਾਰਾ ਘੁੰਮਦਾ। ਇੱਕ ਪਰਿਵਾਰ ਦੀ ਦਰਦਨਾਕ ਕਹਾਣੀ ਹੈ ਕਿ ਉਸ ਟਾਈਮ ਉਹਨਾਂ ਦੇ ਘਰੇ ਉਹਨਾਂ ਦੀ ਗਲਤੀ ਕੁਛ ਨਹੀਂ ਆ, ਉਹਨਾਂ ਦੇ ਘਰੇ ਸਿਰਫ 2 ਮੁੰਡੇ ਆ ਕੇ ਜੋ ਖਾੜਕੂ ਸੀ ਉਹ ਰਾਤ ਰਹਿ ਗਏ, ਔਰ ਪੁਲਿਸ ਨੂੰ ਪਤਾ ਲੱਗ ਗਿਆ, ਉਹ ਉਹਨਾਂ ਨੂੰ ਉਸੇ ਤੰਗ ਕਰਦੇ ਅਖੀਰ 'ਚ ਉਹ ਗੁਰਮੀਤ ਨੂੰ ਮਾਰ ਹੀ ਦਿੰਦੀ ਹੈ। ਅੱਛਾ, ਇਹ ਫਿਰ ਜਦੋਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਸ ਇਵੈਂਟ ਦੇ ਲਈ ਤੁਹਾਡੀ ਕਿਤਾਬ ਚੁਣੀ ਗਈ ਹੈ? ਇਹ ਮੈਨੂੰ ਅੱਜ 10-15 ਦਿਨ ਪਹਿਲੇ ਸਾਨੂੰ ਪਤਾ ਲੱਗਿਆ, 10-15 ਦਿਨ ਪਹਿਲੇ ਪਤਾ ਲੱਗਿਆ ਸੀਗਾ। ਉਸ ਤੋਂ ਬਾਅਦ ਫਿਰ ਇਹਨਾਂ ਦਾ ਫੋਨ ਆਉਣੇ ਸ਼ੁਰੂ ਹੋ ਗਏ, ਤੇ ਹੁਣ ਇਹ ਅਜੇ ਸਨਮਾਨ ਦੀ 12 ਦੀ ਜਿਹੜੀ ਕਿਤਾਬ ਹੈ ਉਹਦੇ 'ਚ ਲਿਸਟ ਸ਼ਾਮਿਲ ਹੈ, ਤੇ ਅਜੇ ਸ਼ਾਰਟ ਲਿਸਟ ਜਿਹੜੀ ਹੋਏਗੀ ਉਹਦੇ 'ਚ ਅੱਗੇ ਕੀ ਬੰਦਾ ਇਹਨਾਂ ਦੇ ਜ਼ੀਰੋ ਨੂੰ ਪਤਾ, ਸਾਨੂੰ ਉਹਦੇ 'ਚ ਇੰਨਾ ਜ਼ਿਆਦਾ। ਕਿੰਨੀਆਂ ਕਿਤਾਬਾਂ ਦੇ ਵਿੱਚੋਂ ਸ਼ਾਰਟ ਲਿਸਟ ਹੋਈ ਹੈ ਸਾਰੀਆਂ ਚੋਂ? ਇਹ ਨਹੀਂ 12 ਤਾਂ ਹੋਈਆਂ, 100-200 ਕਿਤਾਬ ਤੇ ਹੋਏਗੀ ਇਹਨਾਂ ਕੋਲ ਆਈ ਹੋਏਗੀ ਨਾ। ਹਾਂ। ਅੱਛਾ, ਕੀ ਮਹਿਸੂਸ ਕਰਦੇ ਹੋ? ਕਿਉਂਕਿ ਇੱਕ ਲੇਖਕ ਜਦੋਂ ਬੜੀ ਭਾਵਨਾ ਦੇ ਨਾਲ ਉਹਦੇ ਵਿੱਚ ਸਾਰਾ ਜੋ ਕੁਝ ਵਾਕਿਆ ਕੀਤਾ ਹੁੰਦਾ ਉਸ ਨੂੰ ਬਤੌਰ ਇੱਕ ਤਰੀਕੇ ਦੇ ਨਾਲ ਲਿਖਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੀ ਭਾਵਨਾ ਵੀ ਉਹਦੇ ਵਿੱਚ ਸਾਰੀ ਨਜ਼ਰ ਆਉਂਦੀ ਹੈ, ਤਾਂ ਲੇਖਕ ਦਾ ਮੁੱਲ ਕਦੋਂ ਪੈਂਦਾ ਇਸ ਚੀਜ਼ ਦਾ? ਜਦੋਂ ਇੱਦਾਂ ਦਾ ਸਨਮਾਨ ਹੁੰਦਾ ਉਦੋਂ ਅੱਧਾ ਮੁੱਲ ਮਿਲਦਾ, ਜਦੋਂ ਪਾਠਕ ਪੜ੍ਹਦੇ ਉਦੋਂ ਪੂਰਾ ਮੁੱਲ ਮਿਲਦਾ, ਉਦੋਂ ਪੂਰਾ ਮਿਲਦਾ। ਕਿਤਾਬ ਸਨਮਾਨ ਮਾਨ ਜਾਂ ਪ੍ਰਾਈਜ਼ ਵਾਸਤੇ ਨਹੀਂ ਲਿਖੀ ਜਾਂਦੀ, ਅਸੀਂ ਸਿਰਫ ਲੋਕਾਂ ਨੂੰ, ਇਹ ਸਾਡੀ ਇੱਛਾ ਲੇਖਕ ਦੀ, ਹਰ ਲੇਖਕ ਦੀ ਇੱਛਾ ਹੈ, ਇਨਾਮ ਨੋ ਪ੍ਰੋਬਲਮ, ਸਿਰਫ ਇਹ ਹੈ ਕਿ ਇਹ ਲੋਕਾਂ ਤੱਕ ਸਾਡੀ ਗੱਲ ਜਾਵੇ ਔਰ ਲੋਕ ਇਹਨੂੰ ਪੜ੍ਹਨ ਕਿ ਇੱਦਾਂ ਵੀ ਸਮਾਜ ਸਾਡੇ 'ਚ ਹੋ ਰਿਹਾ ਹੈ। ਅੱਛਾ, ਕੀ ਮਹਿਸੂਸ ਕਰਦੇ ਹੋ? ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਹੈਗੀ ਹੈ, ਕਹਿੰਦੇ ਜਿਸ ਨੂੰ ਸਭ ਤੋਂ ਵੱਧ ਜਾਣਨ ਦੀ ਲੋੜ ਹੈ, ਜੇਕਰ ਇਤਿਹਾਸ ਪੜ੍ਹਨਾ ਤਾਂ ਉਹ ਕਿਤਾਬਾਂ ਤੋਂ ਹੀ ਮਿਲੇਗਾ। ਤੁਹਾਨੂੰ ਲੱਗਦਾ ਕਿ ਨੌਜਵਾਨ ਪੀੜ੍ਹੀ ਮੁੜਦੀ ਪਈ ਹੈ, ਕਿਤਾਬਾਂ ਪੜ੍ਹਨ ਵਾਲੇ ਪਾਸੇ ਆ ਰਹੀ ਹੈ? ਮੈਂ ਕਹਿੰਦਾ ਜਿੰਨੀ ਹੁਣ ਮੁੜ ਰਹੀ ਹੈ ਨਾ, ਆਪਾਂ ਕਈ ਵਾਰ ਫੇਸਬੁੱਕ ਵਟਸਐਪ ਬੜੀ ਲੋਕ ਕਹਿੰਦੇ ਬੜੀ ਗਲਤ ਚੀਜ਼ ਹੈ, ਨਹੀਂ ਇਹਦਾ ਪ੍ਰਯੋਗ ਤੁਸੀਂ ਕਿਵੇਂ ਕਰਨਾ ਹੈ, ਇਹ ਉਹ ਹੈ। ਤੇ ਇਹ ਜਿਹੜੀ ਹੈ ਹੁਣ ਅੱਜ ਦੇ ਨੌਜਵਾਨ ਵਟਸਐਪ ਔਰ ਫੇਸਬੁੱਕ 'ਤੇ ਇੰਨੀਆਂ ਕਿਤਾਬਾਂ ਪੜ੍ਹਦੇ ਹੋ, ਇੰਨੀਆਂ ਲਿਖਦੇ ਹੋ, ਬਹੁਤ ਸਾਰੇ ਮੁੜ ਰਹੇ ਆ, ਔਰ ਇਹ ਪੰਜਾਬ ਦਾ ਸੁਨਹਿਰਾ ਭਵਿੱਖ ਹੋਵੇਗਾ ਕਿ ਅਗਰ ਮੇਰੀ ਬੇਨਤੀ 'ਤੇ ਕਿਤਾਬਾਂ ਪੜ੍ਹਨ ਔਰ ਇੱਧਰ ਆਪਣੇ ਕਲਚਰ ਵੱਲ ਮੁੜਨ। ਠੇਕੇ ਹੋਰ ਸਾਰੇ ਨਸ਼ੇ ਦੀ ਦੁਕਾਨਾਂ ਬੰਦ ਹੋਣਗੀਆਂ ਅਗਰ ਹਰ ਪਿੰਡ 'ਚ, ਹਰ ਪੰਚਾਇਤ, ਬਾਕੀ ਸਾਰੇ ਕੰਮ ਛੱਡ ਕੇ ਇੱਕ ਛੋਟੀ ਜਿਹੀ ਲਾਇਬ੍ਰੇਰੀ ਆਪਣੇ ਪਿੰਡ 'ਚ ਜ਼ਰੂਰ ਬਣਾਵੇ। ਉਹਦੇ ਅਗਰ ਇਹ ਨੌਜਵਾਨਾਂ ਦਾ ਭਲਾ ਚਾਹੁੰਦੇ ਆ, ਸਾਡਾ ਪੰਜਾਬ ਚਾਹੁੰਦਾ, ਤਾਂ ਇਹ ਲਾਇਬ੍ਰੇਰੀ ਦੀ ਕਿਤਾਬਾਂ ਦੀ ਬਹੁਤ ਜ਼ਰੂਰਤ ਹੈ। ਔਰ ਮੈਨੂੰ ਉਮੀਦ ਵੀ ਹੈ ਕਿ ਪੰਜਾਬੀ ਮੁੰਡੇ ਜਿਹੜੇ ਮੁੜ ਰਹੇ ਆ। ਮੈਂ ਤੁਹਾਨੂੰ ਦੱਸਿਆ ਇੱਕ ਛੋਟਾ ਜਿਹਾ ਬੱਚਾ 10ਵੀਂ 12ਵੀਂ 'ਚ ਪੜ੍ਹਦਾ ਹੈ, ਪਿੰਡ ਸ਼ਾਇਦ ਰੋਡੇ ਆ ਉਹਦਾ, ਉਹਨੇ ਲਾਇਬ੍ਰੇਰੀ 'ਚੋਂ, ਪਿੰਡ ਦੀ ਲਾਇਬ੍ਰੇਰੀ 'ਚੋਂ ਮੇਰੀ ਕਿਤਾਬ ਪੜ੍ਹੀ, ਔਰ ਉਸ ਬੱਚੇ ਨੇ ਕਿਤਾਬ ਨੂੰ ਇੰਨੀ ਵਧੀਆ ਦਿਲ ਚੜਾਈ ਕਿ ਖਰਾਬ ਨਾ ਹੋ ਜਾਏ ਕਿਤਾਬ। ਉਹਦੀ ਫੋਟੋ ਖੱਟ ਕੇ ਮੈਨੂੰ ਭੇਜੀ ਉਸ ਬੱਚੇ ਨੇ। ਲੱਗਦਾ ਇਹੀ ਮੁੱਲ ਹੈ, ਇਹੀ ਸਭ ਤੋਂ ਵੱਡਾ ਨਾਮ ਹੈ, ਸਭ ਤੋਂ ਵੱਡਾ ਨਾਮ। ਅੱਛਾ, ਸੁਭਾਸ਼ ਜੀ ਵੀ ਸਾਡੇ ਨਾਲ ਮੌਜੂਦ ਨੇ। ਸੁਭਾਸ਼ ਜੀ, ਬਹੁਤ ਸਾਰੀਆਂ ਕਿਤਾਬਾਂ ਦਾ ਅਨੁਵਾਦ ਤੁਸੀਂ ਕੀਤਾ ਹੋਏਗਾ, ਇਹ ਕਿਤਾਬ ਕਿਉਂ ਟੱਚ ਕੀਤਾ ਕਿ ਇਸ ਕਿਤਾਬ ਨੂੰ ਅਨੁਵਾਦ ਕੀਤਾ ਜਾਵੇ? ਜੀ, ਇਹ ਇਸ ਕਰਕੇ ਕੀਤਾ ਕਿ ਮੈਂ ਵੀ ਬੇਸਿਕਲੀ ਪੰਜਾਬੀ ਹਾਂ, और मेरे माँ बाप ने, मेरे दादा दादी नानी ने 47 ਦੀ ਵੰਡ ਦਾ ਦਰਦ ਤੇ ਜ਼ਖਮ ਆਪਣੀ ਛਾਤੀ ਤੇ ਝੇਲੇ ਹੈਗੇ ਸੀ, ਔਰ ਉਹ ਕਿੱਸੇ ਸਾਨੂੰ ਸੁਣਾਉਂਦੇ ਸੀ। ਔਰ ਮੈਂ ਇਸ ਕਿਤਾਬ ਦੇ ਪ੍ਰੀਫੇਸ ਵਿੱਚ ਵੀ ਲਿਖਿਆ ਹੈ, ਜੋ ਦਰਦ, ਜੋ ਜ਼ਖਮ 47 ਦੇ ਬਟਵਾਰੇ ਨੇ ਨਹੀਂ ਦਿੱਤਾ, ਜਿੰਨਾ AK-47 ਨੇ ਦਿੱਤਾ।
ਤੇ ਮੈਂ ਜੋ ਕਿਤਾਬ ਪੜ੍ਹੀ ਔਰ ਮੈਨੂੰ ਲੱਗਿਆ ਕਿ ਬੇਸ਼ੱਕ ਮੈਂ ਹਿੰਦੀ ਬੈਲਟ 'ਚ ਪੜ੍ਹਿਆ, ਉੱਥੇ ਜਨਮਿਆ ਪਲਿਆ, ਹਾਂ ਤਾਂ ਪੰਜਾਬੀ, ਔਰ ਇਸ ਦਰਦ ਨੂੰ ਹਿੰਦੀ ਦੇ ਵਿਸ਼ਾਲ ਪਾਠਕਾਂ ਤੱਕ ਕਿਉਂ ਨਾ ਪਹੁੰਚਾਇਆ ਜਾਏ ਕਿ ਇਹ ਜਿਹੜਾ ਇਤਿਹਾਸ ਵਿੱਚ ਦਰਜ ਹੋ ਗਿਆ ਹੈ ਉਹ ਸਾਹਿਤ ਦੇ ਮਾਧਿਅਮ ਰਾਹੀਂ ਆ ਕੇ ਹਿੰਦੀ ਦੇ ਵਿਸ਼ਾਲ ਪਾਠਕਾਂ ਤੱਕ ਜਾਏ ਤਾਂ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਦੂਰ ਤੱਕ ਗਲ ਜਾਏਗੀ। ਉਸ ਸੱਚਾਈ ਦਾ ਪਤਾ ਚੱਲੇਗਾ ਜੋ ਸੱਚਾਈ ਕਿਧਰੇ ਦੱਬੀ ਪਈ ਹੈ। ਅੱਛਾ, ਅਨੁਵਾਦ ਕਰਨਾ ਵੀ ਇੱਕ ਚੈਲੰਜ ਰਹਿੰਦਾ ਕਿਉਂਕਿ ਜੋ ਪੰਜਾਬੀ ਦੇ ਵਿੱਚ ਜੋ ਫੀਲ ਆ ਰਿਹਾ ਹੁੰਦਾ ਤਾਂ ਉਹੀ ਚੈਲੰਜ ਹੁੰਦਾ ਕਿ ਜਦੋਂ ਹਿੰਦੀ ਦੇ ਪਾਠਕ ਪੜ੍ਹਨ ਤਾਂ ਉਹ ਸਾਰਾ ਫੀਲ ਉਹਦੇ ਵਿੱਚ ਆਵੇ, ਤਾਂ ਇਹ ਚੀਜ਼ਾਂ ਰਹਿੰਦੀਆਂ ਚੈਲੰਜ ਉਸ ਸਮੇਂ। ਜੀ, ਚੰਗਾ ਅਨੁਵਾਦ ਜਿਹੜਾ ਹੁੰਦਾ ਹੈ ਉਹ ਇਸੇ ਗੱਲ ਨੂੰ ਫੜਦਾ ਹੈ ਕਿ ਜੋ ਅਨੁਵਾਦ ਕੀਤਾ ਜਾ ਰਿਹਾ ਹੈ ਉਹ ਅਨੁਵਾਦ ਪੜ੍ਹ ਰਿਹਾ ਹੈ, ਉਹਨੂੰ ਇਹ ਲੱਗੇ ਨਹੀਂ ਕਿ ਇਹ ਕਿਸੇ ਦੂਸਰੀ ਭਾਸ਼ਾ ਵਿੱਚ ਲਿਖਿਆ ਗਿਆ, ਉਹਨੂੰ ਉਹ ਪੜ੍ਹ ਕੇ ਲੱਗੇ ਕਿ ਇਹ ਜਿਵੇਂ ਹਿੰਦੀ ਵਿੱਚ ਹੀ ਲਿਖਿਆ ਗਿਆ। ਔਰ ਮੇਰੀ ਇਹ ਕੋਸ਼ਿਸ਼ ਰਹੀ ਹੈ, 60-70 ਕਿਤਾਬਾਂ ਮੇਰੀਆਂ ਅਨੁਵਾਦਿਤ 'ਚ ਆ ਚੁੱਕੀਆਂ, ਨਾਵਲ, ਕਹਾਣੀ ਸੰਗ੍ਰਹਿ, ਆਤਮ ਕਥਾਵਾਂ ਤੇ ਜੀਵਨੀਆਂ, ਮੈਂ ਨੈਸ਼ਨਲ ਬੁੱਕ ਟਰਸਟ ਦੀ ਮੈਂ ਕਿਤਾਬਾਂ ਕੀਤੀਆਂ ਕਿ ਉਸ ਪੰਜਾਬ ਦੀ ਮਿੱਟੀ ਦੀ ਮਹਿਕ ਤੇ ਉਸ ਪੰਜਾਬ ਦੀ ਸੰਸਕ੍ਰਿਤੀ ਦਾ ਝੋਲਾ ਮੇਰੇ ਅਨੁਵਾਦ ਵਿੱਚ ਜ਼ਰੂਰ ਪਵੇ, ਪਤਾ ਚੱਲੇ ਹਿੰਦੀ ਦੇ ਪਾਠਕ ਨੂੰ ਕਿ ਇਹ ਕਿਤਾਬ ਹੋਰ ਕਿਸੇ ਥਾਂ ਦੀ ਨਹੀਂ, ਇਹ ਪੰਜਾਬ ਦੀ ਧਰਤੀ ਦੀ ਖੁਸ਼ਬੂ ਹੈ। ਤੇ ਮੈਂ ਕੋਸ਼ਿਸ਼ ਕਰਦਾ ਬਹੁਤ ਸਰਲ ਸ਼ਬਦਾਂ ਵਿੱਚ ਅਨੁਵਾਦ ਕਰਾਂ ਜਿਹੜਾ ਐਕੈਡਮਿਕ ਨਾ ਹੋਏ, ਬਹੁਤ ਆਮ ਬੋਲਚਾਲ ਵਿੱਚ ਭਾਸ਼ਾ ਵਿੱਚ ਲਿਖਿਆ ਜਾਏ। ਤਾਂ ਮੈਨੂੰ ਲੱਗਦਾ ਹੈ ਕਿ ਉਹ ਜ਼ਰੂਰੀ ਵੀ ਹੈ ਜੇ ਕਿਸੇ ਕਿਤਾਬ ਨੂੰ ਪੜ੍ਹਵਾਉਣਾ ਚਾਹੁੰਦੇ ਹੋ। ਕਿਤਾਬ ਅਗਰ ਮਾਰਮਿਕ ਹੈ, ਕਿਤਾਬ ਅਗਰ ਬਹੁਤ ਵਧੀਆ ਹੈ ਔਰ ਕਿਤਾਬ ਇੱਕ ਸੱਚਾਈ ਨੂੰ ਲੈ ਕੇ ਹੈ ਤਾਂ ਉਹਦਾ ਜਿੰਨਾ ਚੰਗਾ ਅਨੁਵਾਦ ਹੋ ਸਕੇ ਉਹ ਕੋਸ਼ਿਸ਼ ਕਰਨੀ ਚਾਹੀਦੀ। ਤੇ ਚੰਗਾ ਅਨੁਵਾਦਕ ਇਹੀ ਕੰਮ ਕਰਦਾ ਹੈ ਕਿ ਉਸ ਨੂੰ ਹੋਰ ਬਿਹਤਰ ਬਣਾ ਕੇ ਆਪਣੀ ਭਾਸ਼ਾ ਵਿੱਚ ਪੇਸ਼ ਕਰਦਾ ਹੈ। ਵਾਕਈ ਜੇਕਰ ਸਹੀ ਤਰੀਕੇ ਨਾਲ ਹੋਇਆ ਤਾਂ ਮੈਨੂੰ ਲੱਗਦਾ ਕਿ ਪਾਠਕਾਂ ਨੂੰ ਉਹੀ ਫੀਲ ਆਉਂਦਾ। ਅੱਛਾ ਰੂਪ ਸਿੰਘ ਜੀ, ਕਿਵੇਂ ਦੇਖਦੇ ਹੋ ਕਿ ਜਦੋਂ ਇਹੋ ਜਿਹੇ ਈਵੈਂਟ ਹੁੰਦੇ ਨੇ ਤਾਂ ਲੱਗਦਾ ਕਿ ਉਦੋਂ ਲੇਖਕਾਂ ਦਾ ਵੀ ਪੂਰਾ ਮੁੱਲ ਪੈਣਾ ਸ਼ੁਰੂ ਹੋ ਜਾਂਦਾ, ਜਾਂ ਇਹੋ ਜਿਹੇ ਈਵੈਂਟ ਹੋਣੇ ਚਾਹੀਦੇ ਨੇ ਤਾਂ ਕਿ ਜੋ ਇਤਿਹਾਸ ਕਈ ਲੇਖਕਾਂ ਦੇ ਕੋਲ ਪਿਆ ਜਾਂ ਉਹ ਇਸ ਕਾਰਨ ਨਹੀਂ ਕਰਦੇ ਕਿ ਸ਼ਾਇਦ ਕਿਤਾਬਾਂ ਲੋਕ ਪੜ੍ਹਦੇ ਘੱਟ ਨੇ, ਇਹਨਾਂ ਚੀਜ਼ਾਂ ਦਾ ਸਾਡਾ ਮੁੱਲ ਨਹੀਂ ਪੈਂਦਾ, ਲੱਗਦਾ ਕਿ ਅੱਗੇ ਪਾਠਕ ਲੇਖਕ ਹੋਰ ਅੱਗੇ ਆਉਣਗੇ? हाँ क्यों नहीं आएंगे, बिल्कुल आएंगे। उन्होंने पता लगेगा कि आज रूप सिंह की किताब 50 लोगों ने सैनिक आके ਲਈ है तो साड़ी क्यों नहीं लेंगे। एक इंस्पायरेशन एक दूजे तो मिलती है और ये बहुत ਜ਼ਰੂਰੀ ਹੈ ਔਰ ਹਰ ਲੇਖਕ ਨੂੰ ਸਾਹਮਣੇ ਆਉਣਾ ਚਾਹੀਦਾ। ਉਹਨੂੰ ਆਪਣੀ ਕਿਤਾਬ ਨੂੰ ਲਾਇਬ੍ਰੇਰੀ ਤੱਕ ਸੀਮਿਤ ਨਾ ਰੱਖੋ, ਲੋਕਾਂ ਦੇ ਹੱਥਾਂ ਤੱਕ ਪਹੁੰਚਾਓ। ਅੱਛਾ ਜੀ, ਤੁਸੀਂ ਅੱਗੇ ਵੀ ਇੱਕ ਗੱਲ ਦੱਸ ਰਹੇ ਸੀਗੇ ਕਿ ਕਿਤਾਬ ਦਾ ਮੁੱਲ ਕੀ ਹੈ, ਕਿ ਅੱਗੇ 10 ਜਾਣਿਆਂ ਨੂੰ ਪੜ੍ਹਾ ਦਿਓ, ਇਹੀ ਮੁੱਲ ਹੈਗਾ। ਵੈਸੇ ਤਾਂ ਚਲੋ ਫਾਈਨੈਂਸ਼ਲੀ ਵੀ ਜ਼ਰੂਰਤ ਹੁੰਦੀ ਹੈ ਇਸ ਚੀਜ਼ ਦੀ, ਪਰ ਇਹ ਵੀ ਲੇਖਕ ਕਹਿੰਦੇ ਨੇ ਕਿ ਜਦੋਂ ਨੌਜਵਾਨਾਂ ਨੇ ਕੋਈ ਗੇਮਾਂ ਖਰੀਦਣੀਆਂ ਹੋਣ ਜਾਂ ਕੁਝ ਖਰੀਦਣੀਆਂ ਹੋਣ, ਕਿਤਾਬਾਂ ਖਰੀਦੇ ਫਿਰ ਉਹ ਕਿਤਾਬ ਵੀ ਖਰੀਦਣ ਲੱਗੇ। ਹੁਣ ਲੋਕ ਕਈ ਲੋਕ ਸਾਥੋਂ ਮੰਗਾ ਲੈਂਦੇ, ਫਿਰ ਉਹ ਕਹਿੰਦੇ ਤੁਹਾਨੂੰ ਆਪਣਾ ਪੇਟੀਐਮ ਨੰਬਰ ਦੱਸੋ, ਅਸੀਂ ਪੈਸੇ ਭੇਜ ਦਿੰਦੇ ਹਾਂ। ਕਈ ਵਾਰ ਅਸੀਂ ਕਹਿ ਵੀ ਦਿੰਦੇ ਨਹੀਂ ਰਹਿਣ ਦਿਓ, ਪਰ ਕਈ ਲੋਕ ਹੈ ਕਿ ਉਹ ਸਾਨੂੰ ਵੈਸੇ ਦੇ ਦਿੰਦੇ ਆ, ਸਾਡੀ ਤੁਹਾਡੀ ਕਿਤਾਬ ਬਹੁਤ ਅੱਛੀ ਲੱਗੀ, ਮੈਂ ਤੁਹਾਨੂੰ 20,000 ਦਾ ਚੈੱਕ ਭੇਜਣਾ ਜਾਂ ਕੁਝ ਕਰ। ਮੈਂ ਇੱਦਾਂ ਦੀ ਕੋਈ ਸਾਹਿਤ ਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਹੈ। ਸਿਰਫ ਇੱਕ ਤਾਂ ਮੋਮਬੱਤੀ ਜਗਾਓ, ਮੋਮਬੱਤੀ ਤਾਂ ਜਗਾਈਏ। ਆਪਾਂ ਹਨੇਰੇ 'ਚ ਖੜ੍ਹੇ ਆ, ਮੈਂ ਮੰਨਦਾ ਕਿ ਮੈਂ ਹਨੇਰੇ ਕੁੱਪ 'ਚ ਖੜ੍ਹਾ ਹੋਇਆ, ਉਹ ਮੇਰੇ ਹੱਥ 'ਚ ਇੱਕ ਮੋਮਬੱਤੀ ਹੈ, ਇੱਕ ਤੇਲੀ ਹੈ, ਅਤੇ ਮੈਂ ਡਰਦਾ ਹਾਂ ਜਗਾਵਾਂ ਕਿ ਨਾ ਜਗਾਵਾਂ, ਲੇਕਿਨ ਮੈਂ ਜਗਾਵਾਂਗਾ। ਮੈਨੂੰ ਲੱਗਦਾ ਕਿ ਭਾਵੇਂ ਰੋਸ਼ਨੀ ਇੱਕ ਪਲ ਵਾਸਤੇ ਹੋਵੇ, ਰੋਸ਼ਨੀ ਜ਼ਰੂਰ ਹੋਏਗੀ। ਅਤੇ ਇਹ ਵੀ ਹੋ ਸਕਦਾ ਕਿ ਮੇਰੇ ਵਰਗਾ ਦਿਲ ਜਲਾ ਕੋਈ 2 ਕਦਮ ਹੋਰ ਖੜਾ ਹੋਵੇ, ਉਹ ਜਲਾ ਦੇ, ਉਹ ਜਲਾ ਤੇ ਫਿਰ ਰੋਸ਼ਨੀ ਹੋਈ। ਅੱਛਾ ਸੁਭਾਸ਼ ਜੀ, ਆਖਰੀ ਸਵਾਲ ਹੈ ਮੇਰਾ ਕਿ ਇਹ ਜੋ ਇਨਾਮ ਅੱਜ ਰੱਖਿਆ ਗਿਆ ਸੀਗਾ, ਇਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਕਿ ਕਿੰਨਾ ਇਨਾਮ ਹੋਇਆ? ਜਿੰਨੀ ਸਾਨੂੰ ਜਾਣਕਾਰੀ ਹੈ ਉਨੀ ਅਸੀਂ ਸਾਂਝਾ ਕਰ ਸਕਦੇ ਹਾਂ, ਕਿਉਂਕਿ ਅਜੇ ਇੱਕ ਸ਼ਾਰਟ ਲਿਸਟ ਹੋਰ ਬਣਨੀ ਹੈ, ਉਹਦੇ ਬਾਅਦ ਫਿਰ ਫਾਈਨਲ ਹੋਣਾ ਹੈ। ਠੀਕ ਹੈ, ਇਹ 12 ਕਿਤਾਬਾਂ, ਪਤਾ ਨਹੀਂ ਕਿੰਨੀਆਂ ਕਿਤਾਬਾਂ ਇਕੱਠੀਆਂ ਹੋਈ ਸੀ, 40-50 ਜੋ ਵੀ ਇਕੱਠੀਆਂ ਹੋਈਆਂ ਸੀ, ਉਹਨਾਂ ਵਿੱਚੋਂ ਇਹਨਾਂ ਨੇ 12 ਦਾ ਸਿਲੈਕਸ਼ਨ ਕੀਤਾ। ਤੇ ਉਰਦੂ ਦੀ 4 ਭਾਸ਼ਾਵਾਂ, ਉਰਦੂ ਦੀਆਂ 4 ਕਿਤਾਬਾਂ ਸੀ, ਤਮਿਲ ਦੀਆਂ 2 ਸੀ, ਬਾਂਗਲਾ ਦੀਆਂ 2 ਸੀ, ਇੱਕ ਉੜੀਆ ਦੀ, ਇੱਕ ਪੰਜਾਬੀ ਦੀ, ਇੱਕ ਨੇਪਾਲੀ ਦੀ, ਇੱਕ ਮਰਾਠੀ ਦੀ। ਟੋਟਲ 12 ਕਿਤਾਬਾਂ 6 ਪੁਰਸਕਾਰਾਂ ਦੇ ਅਗੇਂਸਟ ਇਹਨਾਂ ਨੇ ਜਿਊਰੀ ਨੇ ਸਿਲੈਕਟ ਕੀਤੀਆਂ ਨੇ। ਅਜੇ ਇਹਨਾਂ ਵਿੱਚੋਂ ਸੈਕਿੰਡ ਜੋ ਸ਼ਾਰਟ ਲਿਸਟ ਆਏਗੀ ਉਹ ਸ਼ਾਰਟ ਲਿਸਟ 4 ਜੂਨ ਨੂੰ ਆਉਣੀ ਹੈ। ਉਹਦੇ ਵਿੱਚ ਕੌਣ ਸੀ, ਕਿਹੜੀ ਕਿਤਾਬ ਰਹੇਗੀ, ਕਿਹੜੀ ਨਹੀਂ ਰਹੇਗੀ, ਉਹ ਸਾਨੂੰ ਨਹੀਂ ਪਤਾ, ਅਸੀਂ ਕੁਝ ਨਹੀਂ ਕਹਿ ਸਕਦੇ। ਔਰ ਜੋ ਸ਼ਾਰਟ ਲਿਸਟ ਦੇ ਬਾਅਦ ਫਿਰ ਜੋ
ਫਾਈਨਲ ਵਿਜੇਤਾਵਾਂ ਦੀ ਕਿਤਾਬ ਆਏਗੀ ਉਹ ਕਿਹੜੀਆਂ ਹੋਣਗੀਆਂ ਇਹਦੇ ਬਾਰੇ ਵੀ ਸਾਨੂੰ ਕੋਈ ਜਾਣਕਾਰੀ ਨਹੀਂ, ਕਿਉਂਕਿ ਇਹਨਾਂ ਦਾ ਇੱਕ ਤਰੀਕਾ ਹੈ, ਵੇ ਆਫ ਵਰਕਿੰਗ ਹੈ ਕਿ ਕਿਸ ਤਰ੍ਹਾਂ ਅਸੀਂ ਸੀੜੀ ਦਰ ਸੀੜੀ ਇਹਨੂੰ ਚੋਣ ਕੱਢਣੀ ਹੈ ਕਿਤਾਬਾਂ ਦੀ। ਤੋ ਲੇਕਿਨ 12 ਕਿਤਾਬਾਂ ਵਿੱਚ ਪਹਿਲੀ ਸ਼ਾਰਟ ਲਿਸਟ 'ਚ ਆਉਣਾ ਕਿਤਾਬ ਦਾ ਇਹ ਵੀ ਬਹੁਤ ਵੱਡਾ ਅਸੀਂ ਕਹਿੰਦੇ ਸਾਡੇ ਵਾਸਤੇ ਮਾਣ ਦੀ ਵੀ ਗੱਲ ਹੈ, ਗਰਵ ਦੀ ਵੀ ਗੱਲ ਹੈ, ਤੇ ਲੱਗਦਾ ਹੈ ਕਿ ਹਾਂ ਕਿਤਾਬਾਂ ਆਪਣਾ ਸਥਾਨ ਬਣਾ ਰਹੀਆਂ ਨੇ। ਹਾਂ, ਤੋ ਇਹ ਜਿਹੜੀ ਕਿਤਾਬ ਆਈ ਹੈ ਇੱਥੇ ਕਿਆ ਨਾਮ ਹੈ, ਸਾਨੂੰ ਤਾਜੁਬ ਇਸ ਗੱਲ ਦਾ ਆਉਂਦਾ, ਖੁਸ਼ੀ ਵੀ ਹੁੰਦੀ ਹੈ, ਹੈਰਾਨਗੀ ਵੀ ਹੁੰਦੀ ਹੈ ਕਿ ਜਿਹੜੇ ਸੰਸਥਾਨਾਂ ਨੇ ਇਹ ਕੰਮ ਕਰਨਾ ਸੀ ਉਹਨਾਂ ਨੇ ਇਹ ਕੰਮ ਨਹੀਂ ਕੀਤਾ। ਇਹ ਇੱਕ ਬੈਂਕ ਨੇ ਕੰਮ ਕੀਤਾ। ਬੈਂਕ ਦੇ ਕਾਰਨ ਪ੍ਰਣਾਲੀ ਤੁਸੀਂ ਜਾਣਦੇ ਹੋ ਕੀ ਹੁੰਦੀ ਹੈ, ਰੁਪਏ ਪੈਸੇ ਦਾ ਲੈਣ ਦੇਣ ਨਾ, ਇਹ ਕੰਮ ਹੁੰਦਾ ਹੈ। ਲੇਕਿਨ ਉਸ ਸਾਹਿਤ ਨੂੰ ਇਸ ਤਰ੍ਹਾਂ ਪ੍ਰਮੋਟ ਕਰਨ ਕਿ ਅਨੁਵਾਦ ਦੇ ਨਾਲ ਨਾਲ ਉਸ ਮੂਲ ਭਾਸ਼ਾ ਨੂੰ ਵੀ ਤਰਜੀਹ ਦੇ ਕੇ, ਉਸ ਨੂੰ ਵੀ ਉਹ ਗਰਮਾ ਦੇ ਕੇ ਉਹਨੂੰ ਵੀ ਸਨਮਾਨਿਤ ਕਰਨ ਦਾ ਇਹਨਾਂ ਨੇ ਬੀੜਾ ਉਠਾਇਆ ਹੈ। ਤੇ ਜੋ ਉਹ ਸਨਮਾਨਿਤ ਹੋਏਗੀ ਤਾਂ ਉਹਦਾ ਅਨੁਵਾਦ ਵੀ ਨਾਲ ਨਾਲ ਸਨਮਾਨਿਤ ਹੋ ਰਿਹਾ। ਇਹ ਪਹਿਲਾ ਕੰਮ ਹੋ ਰਿਹਾ ਹੈ ਹਿੰਦੁਸਤਾਨ ਵਿੱਚ। ਮੇਰੀ ਹੁਣ ਤੱਕ ਦੀ ਬਚਪਨ ਤੋਂ ਲੈ ਕੇ ਜਦ ਤੱਕ ਮੈਂ ਇਹ ਸਾਹਿਤ 'ਚ ਆਇਆ, ਮੈਂ ਨਹੀਂ ਸੁਣਿਆ ਕਿ ਇਸ ਤਰ੍ਹਾਂ ਦਾ ਇੰਨਾ ਵੱਡਾ ਉਦਮ ਕਿਸੇ ਨੇ ਕੀਤਾ ਹੋਣਾ। ਇਹੋ ਜਿਹੇ ਉਦਮ ਹੋਣੇ ਵੀ ਚਾਹੀਦੇ ਨੇ। ਅੱਛਾ ਰੂਪ ਸਿੰਘ ਜੀ, ਇੱਕ ਸਵਾਲ ਮੇਰਾ ਰਹਿ ਗਿਆ ਕਿ ਜੋ ਟਾਈਟਲ ਰੱਖਿਆ ਬਾਕੀ ਸਫਾ 5 ਤੇ, ਇਹਦਾ ਮੁੱਖ ਕਾਰਨ ਕੀ ਸੀ? ਮੁੱਖ ਕਾਰਨ ਤਾਂ ਇਹਦੇ ਵਾਸਤੇ ਮੈਂ ਤੁਹਾਨੂੰ ਕੀ ਦੱਸਾਂ, ਨਾਮ ਤਾਂ ਕੋਈ ਨਾ ਕੋਈ ਕਿਤਾਬ ਦਾ ਰੱਖਣਾ ਹੁੰਦਾ, ਪਰ ਦਿਲ ਖਿੱਚਵਾਂ ਜਾਂ ਟਾਈਟਲ ਕਿਤਾਬ ਦਾ ਲੋਕ ਜ਼ਿਆਦਾ ਪਸੰਦ ਕਰਦੇ ਆ। ਤੇ ਬੇਸਿਕਲੀ ਮੈਂ ਪੰਜਾਬੀ ਟ੍ਰਿਬਿਊਨ 'ਚ ਕੰਮ ਕੀਤਾ ਦਿੱਲੀ, ਫਿਰ ਆਪਣੇ ਚੰਡੀਗੜ੍ਹ। ਉਦੋਂ ਸਾਡੇ ਸੰਪਾਦਕ ਹੁੰਦੇ ਸੀ ਸੰਗਾਰਾ ਸਿੰਘ ਭੁੱਲਰ, ਤੇ ਮੈਂ ਇਹਦੇ 'ਚ ਸਾਡੀ ਜਿਹੜੀ ਮੇਨ ਖਬਰ ਪਹਿਲਾਂ ਲੱਗ ਜਾਂਦੀ ਸੀ, ਉਹਦਾ ਬਾਕੀ ਸਫਾ 5 ਤੇ ਉਹਦਾ ਲਿਖੇ ਹੁੰਦੇ, ਤੇ ਮੈਂ ਉਸ ਨੂੰ ਅੱਗੇ ਲੈ ਕੇ ਇਹਨੂੰ ਇਹਦੀ ਤਾਣਾ ਬਾਣਾ ਬਣਾਇਆ ਸੀ। ਠੀਕ ਹੈ, ਧੰਨਵਾਦ ਰੂਪ ਸਿੰਘ ਜੀ ਗੱਲਬਾਤ ਕਰਨ ਦੇ ਲਈ। ਸੋ ਇਹ ਕਿਤਾਬ ਹੈ ਬਾਕੀ ਸਫਾ 5 ਤੇ, ਜਿਹੜੀ 84 ਦਾ ਦੁਖਾਂਤ ਬਿਆਨ ਕੀਤਾ ਗਿਆ ਇਸ ਕਿਤਾਬ ਦੇ ਵਿੱਚ। ਪਾਠਕਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਇਤਿਹਾਸ ਇਹਦੇ ਵਿੱਚ ਲਿਖਿਆ ਹੋਇਆ। ਬੜੀ ਮਿਹਨਤ ਦੇ ਨਾਲ ਇਹਨਾਂ ਕਿਤਾਬ ਪੰਜਾਬੀ ਦੇ ਵਿੱਚ ਲਿਖੀ ਆ ਔਰ ਸੁਭਾਸ਼ ਜੀ ਹੋਣਾ ਦੇ ਵੱਲੋਂ ਹਿੰਦੀ ਦੇ ਵਿੱਚ ਇਸ ਦਾ ਅਨੁਵਾਦ ਕੀਤਾ ਗਿਆ। ਕੈਮਰਾਮੈਨ ਬਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ ਟੀਵੀ, ਚੰਡੀਗੜ੍ਹ।